Dear students, warm welcome to this session Reading Comprehension Passages for Practice. This session is for class 12th General English. This slide has been sent by Department of School Education, Punjab. My dear students often find it difficult or a bit tricky to do the comprehension passages. Today we'll discuss in detail taking the sample passages sent by the department. ਪਿਆਰੇ ਬੱਚਿਓ, ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਤੁਹਾਨੂੰ ਡੇਲੀ ਸਲਾਈਡ ਭੇਜੀ ਜਾ ਰਹੀ ਹੈ। ਉਸ ਦੀ ਰਿਵੀਜ਼ਨ ਦੇ ਤਹਿਤ ਜੋ ਸਲਾਈਡ ਤੁਹਾਡੀ ਰੀਡਿੰਗ ਕੰਪਰੀਹੈਂਸ਼ਨ ਲਈ ਆਈ ਹੈ ਉਸ ਨੂੰ ਅਸੀਂ ਡਿਸਕਸ ਕਰਾਂਗੇ। ਕਈ ਵਾਰ ਬੱਚਿਆਂ ਨੂੰ ਰੀਡਿੰਗ ਕੰਪਰੀਹੈਂਸ਼ਨ ਥੋੜ੍ਹਾ ਔਖਾ ਲੱਗਦਾ ਹੈ, ਪਰ ਯਾਦ ਰੱਖੋ ਕੰਪਰੀਹੈਂਸ਼ਨ ਦੇ ਵਿੱਚੋਂ ਤੁਹਾਨੂੰ 16 ਨੰਬਰ ਦਾ ਪੇਪਰ ਆਏਗਾ, ਜੋ ਕਿ ਬਹੁਤ ਵੱਡੀ ਸੰਖਿਆ ਹੈ। ਸੋ ਅਸੀਂ ਧਿਆਨ ਨਾਲ ਇਸ ਨੂੰ ਸਮਝਾਂਗੇ ਤਾਂ ਕਿ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ ਪੇਪਰ 'ਚ ਹੱਲ ਕਰ ਸਕੀਏ। ਐਜ਼ ਯੂ ਨੋ, ਯੂ ਵਿਲ ਗੈਟ 2 paragraphs of comprehension in your exam. First paragraph will be for 10 marks and the second paragraph will be for 6 marks. First paragraph will be an unseen passage while the second paragraph may be out of your grammar book. So, the sample passages that have been sent by the Department of Education are in front of you. While you are going to go through the comprehension passage, first of all, I recommend that you should go through the question answers first. ਜਦੋਂ ਵੀ ਤੁਸੀਂ comprehension passage ਕਰੋ, ਪਹਿਲਾਂ questions ਨੂੰ ਦੇਖ ਲਵੋ ਤਾਂ ਕਿ ਤੁਸੀਂ ਉਸ ਤੋਂ ਬਾਅਦ ਜਦੋਂ ਪੈਰਾ ਪੜੋਗੇ ਤਾਂ ਤੁਹਾਡਾ ਦਿਮਾਗ ਉਸ ਦੇ ਆਨਸਰਸ ਵੱਲ ਆਪਣੇ ਆਪ ਕੇਂਦਰਿਤ ਹੋ ਜਾਏਗਾ। So the first question here is, the city of Savannah was established in the year dash. ਸੋ ਪਹਿਲੇ ਕੁਐਸਚਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇਹੀ ਲੱਭਣਾ ਹੈ ਕਿ ਕਿਹੜੇ ਸਾਲ ਦੇ ਵਿੱਚ ਸਵਾਨਾ ਦੇ ਸ਼ਹਿਰ ਦੀ ਜੋ ਹੈ ਉਹ ਸਥਾਪਨਾ ਹੋਈ ਸੀ। ਇਨ ਦ ਸੈਕਿੰਡ ਕੁਐਸਚਨ ਵੀ ਹੈਵ ਟੂ ਫਾਈਂਡ ਆਊਟ ਔਨ ਐਨ ਐਵਰੇਜ ਡੈਸ਼ ਪੀਪਲ ਕਮ ਟੂ ਵਿਜ਼ਿਟ ਸਵਾਨਾ ਐਵਰੀ ਈਅਰ। ਤਾਂ ਦੂਸਰੇ ਕੁਐਸਚਨ ਦਾ ਜਵਾਬ ਅਸੀਂ ਇਹ ਲੱਭਣਾ ਹੈ ਕਿ ਹਰ ਸਾਲ ਕਿੰਨੇ ਲੋਕ ਇਸ ਸ਼ਹਿਰ ਨੂੰ ਵੇਖਣ ਆਉਂਦੇ ਨੇ। ਥਰਡ ਕੁਐਸਚਨ, ਹੂ ਵਾਜ਼ ਦ ਫਾਊਂਡਰ ਆਫ ਸਵਾਨਾ। ਤਾਂ ਤੀਸਰੇ ਸਵਾਲ ਦੇ ਵਿੱਚ ਅਸੀਂ ਇਹ ਲੱਭਣਾ ਹੈ ਕਿ ਅਸਲ ਵਿੱਚ ਇਸ ਦੀ ਸਥਾਪਨਾ ਕਿਸ ਇਨਸਾਨ ਨੇ ਕੀਤੀ ਸੀ। ਫੋਰਥ ਕੁਐਸਚਨ, ਗੂਜ਼ ਫਾਦਰਸ ਕੈਫੇ, ਕਲੈਰਿਸ ਕੈਫੇ ਐਂਡ ਦ ਓਲਡ ਪਿੰਕ ਹਾਊਸ ਆਰ ਸਮ ਆਫ ਦ ਮਸਟ ਵਿਜ਼ਿਟਸ ਫॉर ਫੂਡ ਲਾਈਕ ਡੈਸ਼। ਤਾਂ ਆਪਾਂ ਦੇਖਾਂਗੇ ਕਿ ਇਹਨਾਂ ਸਾਰੇ ਕੈਫੇ ਵਿੱਚ ਕਿਸ ਖਾਸ ਤਰ੍ਹਾਂ ਦੇ ਫੂਡ ਨੂੰ ਸਰਵ ਕੀਤਾ ਜਾਂਦਾ ਹੈ ਜਿਸ ਲਈ ਲੋਕ ਉੱਥੇ ਜਾਂਦੇ ਹਨ। Next is a monument to Savannah's African American slave population stands on the river front in the form of black granite sculpture of। ਤਾਂ ਹੁਣ ਇੱਥੇ ਅਫਰੀਕਨ ਅਮੈਰੀਕਨ ਇੱਕ ਸਲੇਵ ਹੋਇਆ, ਸਲੇਵ ਆਪਾਂ ਕਹਿੰਦੇ ਹਾਂ ਜੋ ਇਨਸਾਨ ਗੁਲਾਮ ਹੁੰਦੇ ਨੇ। ਸੋ ਉਹਨਾਂ ਦਾ ਜਿਹੜਾ ਇੱਕ ਸਟੈਚੂ ਸੀ ਉਹ ਕਿੱਥੇ ਹੈ ਉਹ ਅਸੀਂ ਦੱਸਣਾ ਹੈ ਦੇਖ ਕੇ ਪੈਰਾਗ੍ਰਾਫ ਦੇ ਵਿੱਚੋਂ। ਨੰਬਰ 6, ਪਰਫੈਕਟ ਸਵਾਨਾ ਮੇਡ ਸੋਵੀਨੀਅਰ ਆਰ ਅਵੇਲੇਬਲ ਐਟ ਡੈਸ਼। ਸੋ ਜਿਹੜੇ ਸਵਾਨਾ ਦੇ ਲਈ ਸਪੈਸ਼ਲ ਤੌਰ 'ਤੇ ਬੁਕਲੇਟ ਸੋਵੀਨੀਅਰ ਛਾਪੇ ਜਾਂਦੇ ਹਨ ਉਹ ਕਿੱਥੇ ਮਿਲਦੇ ਹਨ, ਉਹਦੇ ਬਾਰੇ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਓਗੇ। ਔਰ ਕੁਐਸਚਨ ਨੰਬਰ 7 ਐਂਡ 8 ਦੇ ਵਿੱਚ ਟਰੂ ਐਂਡ ਫਾਲਸ ਦੱਸਣਾ। ਆਪਾਂ ਇਹ ਲੱਭਣਾ ਹੈ ਕਿ ਕੀ ਇਹ ਸੱਚ ਹੈ ਜਾਂ ਝੂਠ ਹੈ। ਸਵਾਨਾ ਵਾਜ਼ ਐਨ ਅਨਪਲੈਨਡ ਸਿਟੀ। ਕੀ ਸਵਾਨਾ ਇੱਕ ਅਨਪਲੈਨਡ ਸ਼ਹਿਰ ਸੀ। ਨੰਬਰ 8, ਸਵਾਨਾ ਵਾਜ਼ ਦ ਮੋਸਟ ਪਿਕਚਰੈਕਸ ਐਂਡ ਕਾਮ ਸਿਟੀ ਇਨ ਅਮੈਰੀਕਾ। ਸਵਾਨਾ ਇੰਨਾ ਸੁੰਦਰ ਸੀ, ਉੱਥੇ ਤਸਵੀਰਾਂ ਬਹੁਤ ਸੋਹਣੀਆਂ ਹੁੰਦੀਆਂ ਸੀ, ਲੋਕ ਬਹੁਤ ਤਸਵੀਰਾਂ ਖਿੱਚਦੇ ਸੀ ਅਤੇ ਬਹੁਤ ਹੀ ਸ਼ਾਂਤ ਅਮੈਰੀਕਾ ਦਾ ਇੱਕ ਸ਼ਹਿਰ ਸੀ। ਕੁਐਸਚਨ ਨੰਬਰ 9 ਐਂਡ 10, choose no more than 3 words from the passage for each answer। ਸੋ ਪੈਰੇ ਦੇ ਵਿੱਚੋਂ ਅਸੀਂ ਸਿਰਫ 2 ਜਾਂ 3 ਸ਼ਬਦ ਲੱਭ ਕੇ ਇਸ ਨੂੰ ਪੂਰਾ ਕਰਨਾ ਹੈ। ਵਾਟ ਇਜ਼ ਦ ਅਦਰ ਨੇਮ ਆਫ ਸਵਾਨਾ। ਸਵਾਨਾ ਦਾ ਦੂਸਰਾ ਨਾਂ ਕੀ ਹੈ। ਦੂਸਰਾ, ਸਵਾਨਾ ਇਜ਼ ਦ ਬਰਥ ਪਲੇਸ ਆਫ ਵਿਚ ਗ੍ਰੇਟ ਪਰਸਨੈਲਿਟੀ। ਕੌਣ ਮਹਾਨ ਇਨਸਾਨ ਹੋਏ ਹਨ ਜਿਨ੍ਹਾਂ ਦਾ ਜਨਮ ਸਵਾਨਾ ਵਿਖੇ ਹੋਇਆ ਹੈ। ਸੋ ਇਹ ਹੁਣ ਸਾਨੂੰ ਕੁਐਸਚਨਸ ਪਤਾ ਲੱਗ ਗਏ ਬੱਚਿਓ। ਨਾਓ ਵੀਲ ਗੋ ਟੂ ਦ ਪੈਰਾਗ੍ਰਾਫ ਐਂਡ ਰੀਡ ਦ ਪੈਰਾਗ੍ਰਾਫ।
The city of Savannah was established in 1733 and was the first planned city of America. ਸੋ ਇਹ ਸਿਟੀ ਅਨਪਲੈਨਡ ਨਹੀਂ ਸੀ ਬਲਕਿ ਅਮਰੀਕਾ ਦਾ ਸਭ ਤੋਂ ਪਹਿਲਾਂ ਪਲੈਨਡ ਸਿਟੀ ਸੀ। ਪਲੈਨਡ ਮਤਲਬ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਯੋਜਨਾਬੰਦੀ ਨਾਲ ਤਿਆਰ ਕੀਤਾ ਗਿਆ ਸੀ ਔਰ ਇਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1733 'ਚ। ਤਾਂ ਬੱਚਿਓ ਸਾਨੂੰ ਦੋ ਸਵਾਲਾਂ ਦੇ ਜਵਾਬ ਪਹਿਲੀ ਲਾਈਨ ਵਿੱਚ ਹੀ ਮਿਲ ਗਏ। ਦਿਸ ਕੋਸਟਲ ਸਿਟੀ ਇਜ਼ ਸੈਪਰੇਟਿਡ ਫਰੋਮ ਸਾਊਥ ਕੈਰੋਲੀਨਾ ਬਾਏ ਦ ਸਵਾਨਾ ਰਿਵਰ। ਸੋ ਸਵਾਨਾ ਨਦੀ ਇਸ ਸ਼ਹਿਰ ਨੂੰ ਸਾਊਥ ਕੈਰੋਲੀਨਾ ਤੋਂ ਵੱਖ ਕਰਦੀ ਹੈ। ਸੋ ਨਦੀ ਵਿਚਕਾਰ ਹੈ, ਇੱਕ ਪਾਸੇ ਸਾਊਥ ਕੈਰੋਲੀਨਾ, ਇੱਕ ਪਾਸੇ ਸਵਾਨਾ। Referred to as the hostess city of the South, Savannah has a long history. ਸੋ ਇਸ ਨੂੰ ਮੇਜ਼ਬਾਨ ਸ਼ਹਿਰ ਕਿਹਾ ਜਾਂਦਾ ਹੈ ਦੱਖਣ ਦਾ। ਇਸ ਦੀ ਬਹੁਤ ਲੰਬੀ ਇੱਕ ਇਤਿਹਾਸ ਹੈ। The pre-Civil War Savannah was praised as the most picturesque and serene city in America. ਸੋ ਜਦੋਂ ਤੱਕ ਉੱਥੇ ਇੱਕ ਘਰੇਲੂ ਵਾਰ ਨਹੀਂ ਹੋ ਗਈ ਸੀ, ਸਿਵਲ ਵਾਰ ਹੋਈ ਸੀ ਅਮਰੀਕਾ ਦੇ ਵਿੱਚ, ਉਸ ਤੋਂ ਪਹਿਲਾਂ ਤੱਕ ਸਵਾਨਾ ਨੂੰ ਅਮਰੀਕਾ ਦਾ ਸਭ ਤੋਂ ਸ਼ਾਂਤ ਅਤੇ ਸੁੰਦਰ ਸ਼ਹਿਰ ਕਿਹਾ ਜਾਂਦਾ ਸੀ। ਪਿਕਚਰੈਸਕ ਮੀਨਸ ਤਸਵੀਰਾਂ ਲੈਣ ਵਾਲੀ ਖੂਬਸੂਰਤੀ ਵਾਲਾ ਸ਼ਹਿਰ। On an average, 5 million people come to visit Savannah every year. ਸੋ ਇਹ ਵੀ ਸਾਡਾ ਇੱਕ ਸਵਾਲ ਸੀ ਕਿ ਕਿੰਨੇ ਲੋਕ ਸਵਾਨਾ ਦੇਖਣ ਆਉਂਦੇ ਆ ਹਰ ਸਾਲ? 5 ਮਿਲੀਅਨ ਲੋਕ ਹਰ ਸਾਲ ਸਵਾਨਾ ਸ਼ਹਿਰ ਵੇਖਣ ਆਉਂਦੇ ਆ। Downtown Savannah largely retains the original town plan prescribed by founder James Oglethorpe. ਤਾਂ ਹੁਣ ਸਾਨੂੰ ਅਗਲੇ ਸਵਾਲ ਦਾ ਜਵਾਬ ਮਿਲ ਗਿਆ ਕਿ ਇਹ ਸ਼ਹਿਰ ਨੂੰ ਸਥਾਪਿਤ ਕਰਨ ਵਾਲੇ ਕੌਣ ਸਨ? ਜੇਮਸ ਓਗਲੀਥੋਰਪ। History buffs find enough to dig into the Civil War attraction, Heritage Museum and old homes. ਤਾਂ ਇਹ ਜਿਹੜੇ ਸਾਰੇ ਵੱਖੋ ਵੱਖਰੇ ਸਥਾਨ ਨੇ, ਇਹ ਸਵਾਨਾ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਹਨ ਜੋ ਕਿ ਉੱਥੋਂ ਦੇ ਇਤਿਹਾਸ ਦੀ ਭਰਪੂਰ ਜਾਣਕਾਰੀ ਦਿੰਦੇ ਹਨ। ਸਵਾਨਾ ਟੈਲਫੇਅਰ ਮਿਊਜ਼ੀਅਮ ਇਜ਼ ਦ ਓਲਡੈਸਟ ਪਬਲਿਕ ਆਰਟ ਮਿਊਜ਼ੀਅਮ। ਤਾਂ ਉੱਥੇ ਸਭ ਤੋਂ ਪੁਰਾਣਾ ਇੱਕ ਮਿਊਜ਼ੀਅਮ ਹੈ, ਉਸ ਦਾ ਨਾਂ ਹੈ ਸਵਾਨਾ ਟੈਲਫੇਅਰ ਮਿਊਜ਼ੀਅਮ। A visit to Savannah would not be complete without exploring the birthplace of Juliet Gordon Low. ਤਾਂ ਸਾਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਕਿਹੜੇ ਮਹਾਨ ਇਨਸਾਨ ਹੋਏ ਹਨ ਜਿਨ੍ਹਾਂ ਦਾ ਇੱਥੇ ਜਨਮ ਹੋਇਆ, ਉਹਨਾਂ ਦਾ ਨਾਮ ਸਾਨੂੰ ਮਿਲ ਗਿਆ। ਸੋ ਇਹ ਤੁਹਾਡੀ ਯਾਤਰਾ ਅਧੂਰੀ ਹੋਏਗੀ ਅਗਰ ਤੁਸੀਂ ਉਹਨਾਂ ਦਾ ਜਨਮ ਸਥਾਨ ਜੂਲੀਅਟ ਗਾਰਡਨ ਲਾਅ ਦਾ ਨਹੀਂ ਵੇਖੋਗੇ। ਕ੍ਰੀਏਟਰ ਆਫ ਗਰਲ ਸਕਾਊਟਸ ਆਫ ਦ USA। ਤਾਂ ਉਹਨਾਂ ਨੇ ਕੀ ਮਹਾਨ ਕੰਮ ਕੀਤਾ ਸੀ? ਉਹਨਾਂ ਨੇ USA ਦੇ ਵਿੱਚ ਕੁੜੀਆਂ ਦੀ ਸਕਾਊਟਿੰਗ ਦਾ ਕੰਮ ਸ਼ੁਰੂ ਕੀਤਾ ਸੀ। ਬਰੌਕਟਨ ਸਟਰੀਟ ਇਜ਼ ਦ ਪਲੇਸ ਫॉर ਸੀਰੀਅਸ ਸ਼ਾਪਰਸ। ਸੋ ਜਿਹੜੇ ਲੋਕ ਸ਼ਾਪਿੰਗ ਕਰਨਾ ਚਾਹੁੰਦੇ ਹਨ, ਖਰੀਦੋ ਫਰੋਖਤ ਕਰਨਾ ਚਾਹੁੰਦੇ ਹਨ, ਉਹਨਾਂ ਲਈ ਬਰੌਕਟਨ ਸਟਰੀਟ ਬਹੁਤ ਵਧੀਆ ਹੈ। ਹੀਅਰ you will find the perfect Savannah made souvenirs at local shops like Savannah Bee Company, Nourish and the Table, Salt Table. ਸੋ ਸਾਨੂੰ ਇਹ ਵੀ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਇਹ ਸੋਵੀਨੀਅਰਸ ਕਿੱਥੇ ਮਿਲਦੇ ਹਨ? ਇਹ ਸੋਵੀਨੀਅਰਸ ਉੱਥੋਂ ਦੀਆਂ ਲੋਕਲ ਸ਼ਾਪਸ 'ਤੇ ਮਿਲਦੇ ਹਨ। ਉਹਨਾਂ ਸ਼ਾਪਸ ਦੇ ਨਾਮ ਕੀ ਹਨ? ਸਵਾਨਾ ਬੀ ਕੰਪਨੀ, ਨਰਿਸ਼ ਐਂਡ ਦ ਸੌਲਟ ਟੇਬਲ। ਗੂਸ ਫਾਦਰਸ ਕੈਫੇ, ਕਲੈਰੇਸ ਕੈਫੇ ਐਂਡ ਦ ਓਲਡ ਪਿੰਕ house are some of the must visits for southern food like maize, waffles, grits and collards and leopard's ice cream. ਸੋ ਸਾਨੂੰ ਇਹ ਪੁੱਛਿਆ ਗਿਆ ਸੀ ਕਿਹੜੇ ਕਿਹੜੇ ਖਾਣੇ ਇਹਨਾਂ ਸਾਰੇ ਕੈਫੇਜ਼ 'ਤੇ ਮਿਲਦੇ ਨੇ। ਤਾਂ ਉਹਨਾਂ ਖਾਣਿਆਂ ਬਾਰੇ ਸਾਨੂੰ ਇਸ ਲਾਈਨ 'ਚ ਪਤਾ ਲੱਗ ਰਿਹਾ ਕਿ ਮੇਜ਼ ਦੇ ਵੈਫਲਸ ਮਿਲਦੇ ਨੇ, ਗ੍ਰਿਟਸ ਮਿਲਦੇ ਨੇ, ਕੋਲਾਰਡਸ ਮਿਲਦੇ ਨੇ ਔਰ ਲੈਪਰਡਸ ਦੀ ਮਸ਼ਹੂਰ ਆਈਸਕ੍ਰੀਮ ਮਿਲਦੀ ਹੈ। ਸੋ ਇਸ ਖਾਣਿਆਂ ਲਈ ਅਸੀਂ ਉੱਥੇ ਜਾ ਸਕਦੇ ਹਾਂ। ਸਵਾਨਾਜ਼ ਫੇਮਸ ਰਿਵਰ ਫਰੰਟ has rows of cafes and restaurants where tourists sit and their ice creams to watch the river cruises and huge cargo ships glide by. ਸੋ ਸਵਾਨਾ ਦੇ ਬਹੁਤ ਸਾਰੇ ਅਜਿਹੇ ਬਹੁਤ ਹੀ ਮਸ਼ਹੂਰ ਰਿਵਰ ਫਰੰਟ ਕੈਫੇਜ਼ ਹਨ ਜਿੱਥੇ ਯਾਤਰੀ ਬੈਠਦੇ ਹਨ, ਖਾਂਦੇ ਹਨ, ਪੀਂਦੇ ਹਨ ਅਤੇ ਨਾਲ ਨਾਲ ਉਸ ਨਦੀ ਅਤੇ ਉੱਥੇ ਜਾਂਦੇ ਹੋਏ ਸ਼ਿਪਸ ਦਾ ਵੀ ਆਨੰਦ ਲੈਂਦੇ ਹਨ। A monument of Savannah's African American slave population stands on the riverfront in the form of a black granite sculpture of a family with broken chains under their feet. ਸੋ ਇਸ ਮੋਨੂਮੈਂਟ ਬਾਰੇ ਵੀ ਸਵਾਲ ਪੁੱਛਿਆ ਗਿਆ ਸੀ
ਕਿ ਇਹ ਮੋਨੂਮੈਂਟ ਕਿੱਥੇ ਹੈ। ਸੋ ਸਾਨੂੰ ਉਸੇ ਸਥਾਨ 'ਤੇ ਇੱਕ ਮੋਨੂਮੈਂਟ ਵੀ ਨਜ਼ਰ ਆਉਂਦਾ ਹੈ ਜਿੱਥੇ ਕਿ ਅਫਰੀਕਨ ਅਮੈਰੀਕਨ ਗੁਲਾਮ ਪਰਿਵਾਰ ਨੂੰ ਬੇੜੀਆਂ ਤੋੜ ਕੇ ਆਪਣੇ ਪੈਰਾਂ ਵਿੱਚ ਬੇੜੀਆਂ ਸਿੱਟ ਕੇ ਵਿਖਾਇਆ ਗਿਆ ਹੈ। ਉਹ ਪਰਿਵਾਰ ਹੁਣ ਆਜ਼ਾਦ ਹੋ ਗਿਆ ਹੈ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਹੁਣ ਉਸ ਦੇ ਪੈਰਾਂ 'ਚ ਹੋਰ ਨਹੀਂ ਹਨ। ਇਹ ਜੋ ਬਣਿਆ ਹੋਇਆ ਹੈ ਉਹਨਾਂ ਦਾ ਮੋਨੂਮੈਂਟ, ਇਹ ਕਾਲੇ ਗ੍ਰੇਨਾਈਟ ਪੱਥਰ ਨਾਲ ਬਣਿਆ ਹੋਇਆ ਹੈ ਅਤੇ ਇਹ ਪੱਥਰ ਦੀ ਇੱਕ ਤਸਵੀਰ ਹੈ। ਸਵਾਨਾ ਸ਼ਿਓਰਲੀ ਲੀਵਸ ਅ ਮੈਮੋਰੇਬਲ ਸਟੈਂਪ ਔਨ ਦ ਮਾਈਂਡ। ਇਸ ਲਈ ਜਦੋਂ ਅਸੀਂ ਸਵਾਨਾ ਵੇਖਦੇ ਹਾਂ ਤਾਂ ਸਾਡੇ ਦਿਮਾਗ ਉੱਤੇ ਇੱਕ ਛਾਪ ਰਹਿ ਜਾਂਦੀ ਹੈ। Dear students, now you know the answers to all the questions. The city of Savannah was established in the year, ਅਸੀਂ ਦੇਖ ਹੀ ਲਿਆ, 1733. On an average ਕਿੰਨੇ ਲੋਕ ਉੱਥੇ ਆਉਂਦੇ ਹਨ? 5 million. So option A is the right answer. Who was the founder of Spana? ਇਹ ਵੀ ਅਸੀਂ ਪੜ੍ਹ ਲਿਆ। Option B is the right answer. ਗੂਜ਼ ਫਾਦਰਸ ਕੈਫੇ, ਕਲੈਰਿਸ ਕੈਫੇ, ਓਲਪਿੰਗ ਕੈਫੇ ਦੇ ਵਿੱਚ ਕੀ ਕੁਛ ਮਿਲਦਾ ਹੈ? ਇਹ ਵੀ ਅਸੀਂ ਪੜ੍ਹ ਲਿਆ। ਮੈਜ਼, ਵੈਫਲਸ, ਕੋਲਰਡਸ, ਗ੍ਰਿਟਸ। ਸੋ B is the right answer. ਇਸ ਤੋਂ ਅੱਗੇ ਕੁਐਸਚਨ ਹੈ, ਅ ਮੋਨੂਮੈਂਟ ਆਫ ਸਵਾਨਾਜ਼ ਅਫਰੀਕਨ ਅਮੈਰੀਕਨ ਸਲੇਵ ਪਾਪੂਲੇਸ਼ਨ। ਤਾਂ ਜਿਹੜਾ ਇਹ ਮੋਨੂਮੈਂਟ ਸੀ ਉਸ ਦੀ ਡਿਟੇਲਸ ਅਸੀਂ ਪੜ੍ਹ ਲਈ ਹੈ। A family with broken chains around their feet. So B is the right answer. Perfect Savannah made souvenirs are available at. So ਕਿਹੜੀਆਂ ਸ਼ਾਪਸ 'ਤੇ ਇਹ ਸੋਵੀਨੀਅਰ ਸਾਨੂੰ ਅਵੇਲੇਬਲ ਨੇ, ਇਹਦੇ ਬਾਰੇ ਵੀ ਅਸੀਂ ਪੜ੍ਹ ਲਿਆ ਸੀ। ਸਵਾਨਾ, ਬੀ ਕੰਪਨੀ, ਨਰਿਸ਼ ਐਂਡ ਦ ਸਾਲਟ ਟੇਬਲ। ਆਪਸ਼ਨ A is the right option. ਇਸ ਤੋਂ ਬਾਅਦ ਕੁਐਸਚਨ ਨੰਬਰ 7 ਔਰ 8, ਇਸ ਦੇ ਵਿੱਚ ਅਸੀਂ ਟਰੂ ਫਾਲਸ ਦੱਸਣਾ। ਸਵਾਨਾ ਵਾਜ਼ ਐਨ ਅਨਪਲੈਨਡ ਸਿਟੀ। ਦਿਸ ਇਜ਼ ਫਾਲਸ, ਕਿਉਂਕਿ ਇਹ ਤਾਂ ਅਮੈਰੀਕਾ ਦੀ ਸਭ ਤੋਂ ਪਹਿਲੀ ਪਲੈਨਡ ਸਿਟੀ ਸੀ। ਨੰਬਰ 8, ਸਵਾਨਾ ਵਾਜ਼ ਮੋਸਟ ਪਿਕਚਰੈਸਕ ਐਂਡ ਕਾਮ ਸਿਟੀ ਇਨ ਅਮੈਰੀਕਾ। ਹਾਂਜੀ ਬਿਲਕੁਲ, ਸਿਵਲ ਵਾਰ ਤੋਂ ਪਹਿਲਾਂ ਇਸ ਨੂੰ ਇਸ ਤਰ੍ਹਾਂ ਹੀ ਮੰਨਿਆ ਜਾਂਦਾ ਸੀ। ਕੁਐਸਚਨ ਨੰਬਰ 9, ਵਾਟ ਇਜ਼ ਦ ਅਦਰ ਨੇਮ ਆਫ ਸਵਾਨਾ। ਸਵਾਨਾ ਸ਼ਹਿਰ ਦਾ ਇੱਕ ਦੂਸਰਾ ਨਾਮ ਹੈ ਜਿਹੜਾ, ਉਹ ਅਸੀਂ ਫਾਈਂਡ ਆਊਟ ਕਰਕੇ ਦੱਸਣਾ ਹੈ ਪੈਰਾਗ੍ਰਾਫ ਦੇ ਵਿੱਚੋਂ। ਸੋ ਜਿਹੜੀ ਸਿਟੀ ਆਫ ਸਵਾਨਾ ਹੈ, ਇਸ ਨੂੰ ਇਸ ਦੇ ਅਸੀਂ ਸੈਕਿੰਡ ਨੇਮ, ਮੈਨੂੰ ਯਾਦ ਨਹੀਂ ਆ ਰਿਹਾ ਕਿ ਇੱਥੇ ਕਿਤੇ ਵੀ ਸੈਕਿੰਡ ਨੇਮ ਦਿੱਤਾ ਗਿਆ ਹੋਵੇ ਇਸ ਸ਼ਹਿਰ ਦਾ। ਸੈਕਿੰਡ ਨੇਮ ਦੀ ਕਿਤੇ ਖਾਸ ਗੱਲ ਨਹੀਂ ਹੋਈ ਮੇਰੇ ਖਿਆਲ ਤਾਂ। ਚਲੋ ਕੁਐਸਚਨ ਨੰਬਰ 10, ਸਵਾਨਾ ਇਜ਼ ਦ ਬਰਥ ਪਲੇਸ ਆਫ ਵਿਚ ਪਰਸਨੈਲਿਟੀ। ਸੋ ਅਸੀਂ ਇੱਕ ਪਰਸਨੈਲਿਟੀ ਦੀ ਵੀ ਗੱਲ ਕੀਤੀ ਸੀ ਪੈਰਾਗ੍ਰਾਫ ਦੇ ਵਿੱਚ ਕਿ ਉਹਨਾਂ ਦਾ ਬਰਥ ਪਲੇਸ ਦੇਖੇ ਬਿਨਾਂ ਇਹ ਤੁਹਾਡੀ ਯਾਤਰਾ ਪੂਰੀ ਨਹੀਂ ਹੁੰਦੀ। ਉਹਨਾਂ ਦਾ ਨਾਮ ਹੈ ਜੂਲੀਅਟ ਗੋਰਡਨ ਲੌ। ਸੋ ਇਸ ਤਰ੍ਹਾਂ ਸਾਡੇ ਕੋਲ ਸਾਰੇ ਕੁਐਸਚਨਸ ਦੇ ਆਨਸਰ ਤੁਹਾਡੇ ਕੰਪਰੀਹੈਂਸ਼ਨ ਪੈਸੇਜ 'ਚੋਂ ਮਿਲ ਜਾਂਦੇ ਹਨ। So you should not leave this part of your questions because you can get 16 marks out of these comprehension passages. In the next video, I will come up with the second paragraph sent by the Department of School Education. My dear students, these paragraphs are very, very, very important and you should have a proper revision of all these paragraphs and you should have a proper practice of all these paragraphs so that you score great marks and you score good marks in your examination. Kindly subscribe the channel for further such information. Thank you for watching the video. Thank you for being with me. Wish you very best in your life. Thank you.